ਜਦੋਂ ਅਮਰੀਕਨ ਸੁੰਡੀ ਦਾ ਵੀ ਪਿੱਛੇ ਜੇ ਕਈ ਇੱਕ ਦਹਾਕੇ ਪਹਿਲਾਂ ਘੱਟੋ ਘੱਟ ਆਪਾਂ ਕਹੀਏ ਹਮਲਾ ਜਦੋਂ ਹੋਇਆ ਸੀ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ 'ਚ ਆਈ ਸੀ, ਗੁਲਾਬੀ ਸੁੰਡੀ ਕਿਸ ਤੋਂ ਪਹਿਲਾਂ ਦੀ ਚਲੀ ਆ ਰਹੀ ਹੈ। ਸਟੇਜ ਇਹੋ ਜਿਹੀ ਕਰਦੀ ਹੈ ਕਿ 4-5 ਮਹੀਨੇ ਇੱਕੋ ਹਾਲਤ 'ਚ ਕੋਈ ਖਾਣਾ ਨਹੀਂ, ਕੋਈ ਪੀਣਾ ਨਹੀਂ, ਖਾਲੀ 2 ਬੀਜਾਂ ਦੇ ਵਿੱਚ ਫਸ ਕੇ ਰਹਿੰਦੀ ਹੈ ਤੇ ਉਸ ਬੀਜ ਦੇ ਰਾਹੀਂ ਇਹ ਸਾਡੇ ਇੱਥੇ ਐਂਟਰੀ ਕਰ ਗਈ। 99 ਤੱਕ 1999 ਤੱਕ ਅਮਰੀਕਨ ਸੁੰਡੀ ਬਹੁਤ ਵੱਡੀ ਸਮੱਸਿਆ ਬਣ ਗਈ ਸੀ। ਸਾਰੇ ਹੀ ਕੀਟਨਾਸ਼ਕ ਜਿਹੜਾ ਅਸੀਂ ਸਪਰੇਅ ਕਰਦੇ ਸੀ ਇਹਦੇ ਵਿੱਚ ਟਾਕਰਾ, ਇਹਦੇ ਵਿੱਚ ਸਹਿਨਸ਼ੀਲਤਾ ਆ ਗਈ ਸੀ। ਕੋਈ ਵੀ ਇਨਸੈਕਟਿਸਾਈਡ ਟੱਕਰ ਦੇ ਰਹੀ ਸੀ ਉਹਨੂੰ, ਜਿਹੜੇ ਕੀਟਨਾਸ਼ਕ ਇਹਦੇ ਤੇ ਅਸਰ ਨਹੀਂ ਕਰਦੇ ਸੀ। 3 ਸੁੰਡੀਆਂ ਨੇ ਕਾਟਨ ਦੀਆਂ ਜਿਹੜੀਆਂ ਮੇਨ ਨੇ ਨਰਮੇ ਦੀਆਂ, ਉਹਨਾਂ ਦੇ ਵਿੱਚ ਟਾਕਰਾ ਕਰਨ ਦੀ ਇੱਕ ਜ਼ਹਿਰ ਪਾਈ ਗਈ ਜਿਹਨੂੰ ਬੀਟੀ ਜ਼ਹਿਰ ਕ੍ਰਾਈਵਨ ਏਸੀ ਕ੍ਰਾਈ2 ਏਬੀ। ਇਹ ਨਰਮੇ ਦਾ ਹੀ ਕੀੜਾ, ਨਰਮੇ ਦਾ ਇਕੱਲਾ ਵਰਲਡ ਓਵਰ, ਅਮਰੀਕਾ, ਚਾਈਨਾ, ਪਾਕਿਸਤਾਨ, ਬੰਗਲਾਦੇਸ਼ ਦਾ ਵਰਲਡ, ਇਹ ਡਾਇਆਪੋਸ 'ਚ ਹੀ ਰਹਿੰਦੀ ਹੈ। ਰਹਿੰਦੀ ਕਿੱਥੇ ਹੈ? ਇਹ ਰਹਿੰਦੀ ਹੈ ਛੱਡੀਆਂ ਵਿੱਚ ਜਿਹੜੇ ਸੜੇ ਗਲੇ ਟਿੰਡੇ ਹੈ ਨਾ, ਉਹਨਾਂ ਵਿੱਚ ਰਹਿੰਦੀ ਹੈ। ਕ੍ਰਿਮਿਕ ਜਿਹੜਾ ਇਹ ਆਇਆ ਕਹਿੰਦੇ ਵੀ ਸੰਭੋਗ ਨਾਲ ਜਿਹੜਾ ਹੈਗਾ 2 ਕਿਲੋਮੀਟਰ ਤੋਂ ਵੀ ਆਪਣਾ ਉਹ ਕਰ ਸਕਦੇ ਹੈਗੇ, ਉਹਨੂੰ ਸੰਕੇਤ ਜਦੋਂ ਦਿੰਦੀ ਹੈ। ਕਿੰਨਾ ਕੁ ਕਾਰਾਗਰ ਲੱਗਦਾ ਤੁਹਾਨੂੰ? ਇਸ ਦਾ ਮਤਲਬ ਇਹਦੇ ਲਈ ਰਾਮਬਾਣ ਇਲਾਜ ਆ ਚੁੱਕਾ? ਬਿਲਕੁਲ ਜੀ, ਅੱਛਾ ਇਲਾਜ ਹੈ। ਮੈਂ ਤੁਹਾਨੂੰ ਇਹੀ ਕਹਿ ਰਿਹਾ, ਅਸੀਂ ਇਹਨੂੰ ਟੈਸਟ ਕੀਤਾ ਹੈ, ਸਾਡੇ ਕੋਲ ਬਹੁਤ ਵਧੀਆ ਰਿਜ਼ਲਟਸ ਮਿਲੇ ਹੈ। ਵੀ ਜਿਹੜੀ ਇਹ ਗੁਲਾਬੀ ਸੁੰਡੀ ਹੈਗੀ ਹੈ, ਲੰਮੇ ਸਮੇਂ ਤੋਂ ਪੰਜਾਬ 'ਚ ਇਹਦੀ ਮਾਰ ਜਿਹੜਾ ਪੈਂਦੀ ਆ ਰਹੀ ਹੈ। परमानेंट सोल्यूशन जो कॉस्ट इफेक्टिव और परमानेंट और ग्रीन सोल्यूशन। ਲਾਈਫ ਟਾਈਮ ਅਲਟਰਨੇਟਿਵ। ਆਪਾਂ ਕਹੀਏ ਗੁਲਾਬੀ ਸੁੰਡੀ ਜਿਹੜਾ ਕਪਾਹ ਦਾ ਕੈਂਸਰ ਹੈਗਾ ਤੇ ਉਹ ਕੈਂਸਰ ਫਿਰ ਅੱਗੇ ਇਨਸਾਨੀ ਸਰੀਰ 'ਚ ਆ ਰਿਹਾ। तो अगर इन तिन्ना अगर ध्यान नहीं दिता ना तो ह्यूमन हेल्थ नहीं सही रहेगी। ये हमारे पास इनोवेटिव पेटेंटेबल टेक्नोलॉजी है जो ATGC ने बनाई है। अगर रिजल्ट अच्छे नहीं होंगे तो सानू अप्रूवल नहीं मिलता है। सेंट्रल इंसेक्टिसाइड बोर्ड ने अप्रूवल दिता है। ਸਤਿ ਸ਼੍ਰੀ ਅਕਾਲ, ਸਕਰੂਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸੋ ਗੁਲਾਬੀ ਸੁੰਡੀ ਜਿਹੜੀ ਹੈਗੀ ਹੈ ਪੰਜਾਬ ਦੇ ਕਿਸਾਨਾਂ ਦੇ ਲਈ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਕੁਝ ਸਾਲ ਪਹਿਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਅਮਰੀਕਨ ਸੁੰਡੀ ਦਾ ਹਮਲਾ ਹੋਇਆ ਸੀ। ਜੇ ਗੁਲਾਬੀ ਸੁੰਡੀ ਦੀ ਆਪਾਂ ਜੇ ਖੇਤੀ ਮਾਹਰ ਵਿਗਿਆਨੀਆਂ ਦੀ ਮੰਨੀਏ ਤਾਂ ਲੰਬੇ ਸਮੇਂ ਤੋਂ ਜਿਹੜਾ ਹੈਗਾ ਚੱਲਦੀ ਆ ਰਹੀ ਹੈ। ਸੋ ਕਿਤੇ ਨਾ ਕਿਤੇ ਕਿਸਾਨ ਜਦੋਂ ਵੀ ਸੋਚਦਾ ਹੈ ਕਿ ਐਤਕੀ ਜਦੋਂ ਮੈਂ ਆਪਣੀ ਕਾਟਨ ਦੀ ਫਸਲ ਤਿਆਰ ਕਰਾਂਗਾ ਤਾਂ ਮੇਰੀ ਫਸਲ ਹੋਰ ਕੁਝ ਹੋਵੇ ਨਾ ਹੋਵੇ, ਗੁਲਾਬੀ ਸੁੰਡੀ ਦੀ ਮਾਰ ਤੋਂ ਬਚ ਜੇ। ਚੰਡੀਗੜ੍ਹ 'ਚ ਇੱਕ ਬਹੁਤ ਵੱਡਾ ਸੈਮੀਨਾਰ 2 ਦਿਨਾਂ ਦਾ ਇਸ ਵਿਸ਼ੇ ਤੇ ਹੋਣ ਜਾ ਰਿਹਾ ਤੇ ਸੰਬੰਧਿਤ ਵਿਸ਼ੇ ਦੇ ਜਿਹੜੇ ਮਾਹਰ ਹੈਗੇ ਨੇ ਡਾਕਟਰ ਸਤਨਾਮ ਸਿੰਘ ਖੇਤਰੀ ਖੋਜ ਕੇਂਦਰ ਫਰੀਦਕੋਟ ਤੋਂ ਜਿਹੜਾ ਹੈਗਾ ਚੰਡੀਗੜ੍ਹ ਪਹੁੰਚੇ ਨੇ। ਸੋ ਇਹਨਾਂ ਨਾਲ ਕੁਝ ਗੱਲਬਾਤ ਕਰਦੇ ਆ ਕਿ ਗੁਲਾਬੀ ਸੁੰਡੀ ਤੋਂ ਕਿਸਾਨ ਭਰਾ ਜਿਹੜਾ ਕਿੱਦਾਂ ਆਪਣੀ ਫਸਲ ਨੂੰ ਬਚਾ ਸਕਦੇ ਆ। ਸਕਰੋਲ ਪੰਜਾਬ ਟੀ ਦੇ ਡਾਕਟਰ ਸਾਹਿਬ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ। ਸੋ ਪਹਿਲਾ ਸਵਾਲ ਇਹੀ ਆਉਂਦਾ ਹੈ ਕਿ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਜਦੋਂ ਅਮਰੀਕਨ ਸੁੰਡੀ ਦਾ ਵੀ ਪਿੱਛੇ ਜੇ ਕਈ ਇੱਕ ਦਹਾਕੇ ਪਹਿਲਾਂ ਘੱਟੋ ਘੱਟ ਆਪਾਂ ਕਹੀਏ ਹਮਲਾ ਜਦੋਂ ਹੋਇਆ ਸੀ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ 'ਚ ਆਈ ਸੀ, ਗੁਲਾਬੀ ਸੁੰਡੀ ਕਿਸ ਤੋਂ ਪਹਿਲਾਂ ਦੀ ਚਲੀ ਆ ਰਹੀ ਹੈ? ਦੇਖੋ ਜੀ, ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਹੜੇ ਕਿਸਾਨ 80 ਜਾਂ 90 ਦੇ ਦਸ਼ਕ ਦੇ ਹੋਣੇ ਆ ਨਾ, ਜਿਨ੍ਹਾਂ ਨੇ ਖੇਤੀ ਕਰਦੇ ਹੋਣੇ ਆ ਨਰਮੇ, 40-50 ਸਾਲ ਹੋ ਗਏ ਜਿਹਨਾਂ ਉਹਨਾਂ ਨੂੰ ਪੂਰਾ ਪਤਾ ਹੈ ਕਿ ਗੁਲਾਬੀ ਸੁੰਡੀ ਜਿਹੜਾ 80 ਵਿੱਚ ਤੇ 90 ਵਿੱਚ ਸਾਡੇ ਵਾਸਤੇ ਸਮੱਸਿਆ ਰਹੀ ਹੈ। 90 ਦੇ ਦਸ਼ਕ 'ਚ ਆ ਕੇ ਜਦੋਂ 1990 ਤੋਂ ਲੈ ਕੇ 99 ਤੱਕ 1999 ਤੱਕ ਅਮਰੀਕਨ ਸੁੰਡੀ ਬਹੁਤ ਵੱਡੀ ਸਮੱਸਿਆ ਬਣ ਗਈ ਸੀ, ਕਿਉਂਕਿ ਇਹਨੂੰ ਸਾਰੇ ਹੀ ਕੀਟਨਾਸ਼ਕ ਜਿਹੜਾ ਅਸੀਂ ਸਪਰੇਅ ਕਰਦੇ ਸੀ ਉਹਦੇ ਅਗੇਂਸਟ ਜਿਹੜਾ ਸੀ ਇਹਦੇ ਵਿੱਚ ਟਾਕਰਾ, ਇਹਦੇ ਵਿੱਚ ਸਹਿਨਸ਼ੀਲਤਾ ਆ ਗਈ ਸੀ। ਕੋਈ ਵੀ ਇਨਸੈਕਟਿਸਾਈਡ ਟੱਕਰ ਦੇ ਰਹੀ ਸੀ ਉਹਨੂੰ, ਜਿਹੜੇ ਕੀਟਨਾਸ਼ਕ ਇਹਦੇ ਤੇ ਅਸਰ ਨਹੀਂ ਕਰਦੇ ਸੀ, ਫੇਲ ਸੀਗੇ ਇਹਦੇ, ਬਿਲਕੁਲ ਫੇਲ ਸੀਗੇ। ਉਸ ਤੋਂ ਬਾਅਦ ਕੀ ਹੋਇਆ, 2003 ਵਿੱਚ ਬੀਟੀ ਨਰਮਾ ਆ ਗਿਆ। ਬੀਟੀ ਜਿਹੜਾ ਕਿ ਇਹਨਾਂ ਜਿਹੜੀਆਂ ਸੁੰਡੀਆਂ ਨੇ, ਚਾਹੇ ਗੁਲਾਬੀ ਸੁੰਡੀ ਹੈ, ਚਾਹੇ ਚਿਤਕਬਰੀ ਸੁੰਡੀ ਹੈ, ਚਾਹੇ ਅਮਰੀਕਨ ਸੁੰਡੀ ਹੈ, 3 ਸੁੰਡੀਆਂ ਨੇ ਕਾਟਨ ਦੀਆਂ ਜਿਹੜੀਆਂ ਮੇਨ ਨੇ ਨਰਮੇ ਦੀਆਂ, ਉਹਨਾਂ ਦੇ ਵਿੱਚ ਟਾਕਰਾ ਕਰਨ ਦੀ ਇੱਕ ਜ਼ਹਿਰ ਪਾਈ ਗਈ ਜਿਹਨੂੰ ਬੀਟੀ ਜ਼ਹਿਰ ਕ੍ਰਾਈਵਨ ਏਸੀ ਕ੍ਰਾਈ2 ਏਬੀ। ਇਹ 2003 ਵਿੱਚ ਪ੍ਰਮਾਣਿਤ ਹੋਇਆ ਦੱਖਣ ਭਾਰਤ ਵਾਸਤੇ ਤੇ 2005 ਵਿੱਚ ਆਪਣੇ ਜਿਹੜਾ ਪੰਜਾਬ, ਹਰਿਆਣਾ ਤੇ ਰਾਜਸਥਾਨ ਵਾਸਤੇ ਪ੍ਰਮਾਣਿਤ। ਉਸ ਤੋਂ ਬਾਅਦ ਤੁਸੀਂ ਦੇਖੋ 2005 ਤੋਂ ਲੈ ਕੇ 2020 ਤੱਕ ਸਾਡੇ ਕੋਲ ਗੁਲਾਬੀ ਸੁੰਡੀ ਦੀ ਕੋਈ ਸਮੱਸਿਆ ਨਹੀਂ। ਕਿਉਂਕਿ ਉਹ ਬੀਟੀ ਜ਼ਹਿਰ ਪੂਰੀ ਤਰ੍ਹਾਂ ਇਹਨੂੰ ਮਾਰਨ ਸਮਰੱਥ ਸੀ। ਇਹਨੇ ਇਸ ਕਰਕੇ ਇਸ ਕੀੜੇ ਨੇ ਤੁਸੀਂ ਇਹ ਸਮਝੋ ਕਿ 15 ਸਾਲ ਲਾਤੇ ਆਪਣੇ ਹੋਂਦ ਬਚਾਉਣ ਵਾਸਤੇ, ਕਿਉਂਕਿ ਇਹ ਖਾਲੀ ਤੇ ਖਾਲੀ ਨਰਮੇ ਦਾ ਕੀੜਾ ਹੈ, ਦੂਜੀ ਕਿਸੇ ਫਸਲ ਤੇ ਨਹੀਂ ਹੁੰਦਾ। ਹੋਰ ਕਿਸੇ ਫਸਲ ਤੇ ਨਹੀਂ। ਕਿਤੇ ਮਾੜੀ ਮੋਟੀ ਰਿਪੋਰਟ ਹੈਗੀ ਹੈ ਰਿਸਰਚ ਵਿੱਚ, ਬਟ ਉਹ ਜ਼ਿਆਦਾ ਇਹ ਨਹੀਂ ਹੈ, ਪ੍ਰਮਾਣਿਤ ਨਹੀਂ ਹੈਗੀ, ਜ਼ਿਆਦਾ ਮਾਰ ਨਹੀਂ ਕਰਦਾ, ਉੱਧਰ ਜਾਂਦਾ ਨਹੀਂ, ਪਸੰਦ ਨਹੀਂ ਕਰਦਾ। ਇਹ ਨਰਮੇ ਦਾ ਹੀ ਕੀੜਾ, ਨਰਮੇ ਦਾ ਇਕੱਲਾ ਵਰਲਡ ਓਵਰ, ਅਮਰੀਕਾ, ਚਾਈਨਾ, ਪਾਕਿਸਤਾਨ, ਬੰਗਲਾਦੇਸ਼ ਦਾ ਵਰਲਡ, ਪੂਰੇ ਵਿਸ਼ਵ 'ਚ, ਦੁਨੀਆ 'ਚ ਬਿਲਕੁਲ ਸਭ, ਮਤਲਬ ਜਿਹਨੂੰ ਕਹਿੰਦੇ ਨਾ ਰੀਅਲ ਕੀੜਾ ਹੈਗਾ ਨਰਮੇ ਦਾ। ਇਹ ਇਸ ਕਰਕੇ ਹੁਣ ਤੁਸੀਂ ਇਹ ਦੇਖੋ, ਇਹਦੇ ਕੋਲ ਹੋਰ ਕੁਝ ਖਾਣ ਨੂੰ ਹੈ ਨਹੀਂ।
ਇਹਨੇ 2005 ਤੋਂ ਸ਼ੁਰੂ ਕੀਤਾ ਆਪਣੇ ਆਪ ਨੂੰ ਆਸਤਾ ਆਸਤਾ BT ਤੇ ਜਦੋਂ ਇੱਕ ਟਾਈਮ ਆਇਆ 2020 ਚ ਇਹ ਬਿਲਕੁਲ ਇਹਨੇ ਸਹਿਨਸ਼ੀਲ ਹੋ ਗਿਆ। ਸਹਿਨਸ਼ੀਲ ਤੇ 2015 2016 ਚ ਹੀ ਜਿਹੜਾ ਦੱਖਣ ਭਾਰਤ ਹੈ, ਗੁਜਰਾਤ ਹੈ, ਮਹਾਰਾਸ਼ਟਰ ਹੈ, ਤਮਿਲਨਾਡੂ, ਆਪਣਾ ਆਂਧਰਾ ਪ੍ਰਦੇਸ਼ ਹੈ, ਉੱਥੇ ਜਿਹੜਾ ਹੈ ਇਹਨੂੰ ਸਹਿਨਸ਼ੀਲਤਾ ਪਹਿਲਾਂ ਹੀ ਆ ਗਈ ਸੀ BT ਵਿੱਚ। ਫਿਰ ਕੀ ਹੋਇਆ ਕਿ ਸਾਡੇ ਵੱਲ, ਕਿਉਂਕਿ ਉੱਥੇ ਜਿਹੜੀ ਫਸਲ ਹੈ ਉਹ ਲੰਬੀ ਰਹਿੰਦੀ ਹੈ, ਲੰਬੀ ਚਿਰ ਤੱਕ ਰਹਿੰਦੀ ਹੈ। ਸਾਡੇ ਕੀ ਹੈ, ਸਾਡੀ ਜਿਸ ਤਰ੍ਹਾਂ ਕਣਕ ਦੀ ਬਿਜਾਈ ਕਰਨੀ ਹੈ ਤੇ ਨਵੰਬਰ ਵਿੱਚ ਆਪਣੇ ਖੇਤ ਬਿਲਕੁਲ ਸਾਫ਼ ਹੁੰਦੇ, ਸਾਡੇ ਕੋਈ ਸਮੱਸਿਆ ਨਹੀਂ ਸੀ। ਲੇਕਿਨ ਸਾਡੇ ਜਿਹੜੇ ਕੁਝ ਡੀਲਰ, ਕੁਝ ਜਿਹੜੇ ਬਿਜ਼ਨਸਮੈਨ ਨੇ, ਜਿਹੜੇ ਉੱਥੋਂ ਵਡੇਵੇਂ ਲੈ ਕੇ ਆਉਂਦੇ ਸੀ। ਗੁਲਾਬੀ ਸੁੰਡੀ ਜਿਹੜੀ ਹੈ ਖਾਲੀ ਨਰਮੇ ਦੇ ਵਡੇਵੇਂ ਪ੍ਰੋਟੀਨ ਖਾਂਦੀ ਹੈ, ਜਾਂ ਫੁੱਲ ਖਾਊਗੀ ਜਾਂ ਟਿੰਡੇ ਦੇ ਅੰਦਰ ਵਡੇਵੇਂ ਖਾਣੇ ਨੇ। ਉੱਥੋਂ ਜਿਹੜੇ ਵਡੇਵਿਆਂ ਦੇ ਵਿੱਚ ਹੀ ਰਹਿੰਦੀ ਹੈ। ਇਹਦਾ ਜੀਵਨ ਚੱਕਰ ਇਸ ਤਰ੍ਹਾਂ ਕਿ ਇਹ ਆਪਣਾ ਜੀਵਨ ਚੱਕਰ 'ਚ ਇੱਕ ਸਟੇਜ ਇਹੋ ਜਿਹੀ ਕਰਦੀ ਹੈ ਕਿ 4-5 ਮਹੀਨੇ ਇੱਕੋ ਹਾਲਤ 'ਚ, ਕੋਈ ਖਾਣਾ ਨਹੀਂ, ਕੋਈ ਪੀਣਾ ਨਹੀਂ, ਖਾਲੀ 2 ਬੀਜਾਂ ਦੇ ਵਿੱਚ ਫਸ ਕੇ ਰਹਿੰਦੀ ਹੈ। ਤੇ ਉਸ ਬੀਜ ਦੇ ਰਾਹੀਂ ਇਹ ਸਾਡੇ ਇੱਥੇ ਐਂਟਰੀ ਕਰ ਗਈ। ਮਤਲਬ ਪੰਜਾਬੀ 'ਚ ਆਪਾਂ ਕਹੀਏ ਵੀ ਰੇਗਿਸਤਾਨ ਤੇ ਊਂਠ ਵਰਗੀ ਹਾਲਤ ਹੈ, ਜਿਵੇਂ ਬਿਨਾਂ ਪਾਣੀ ਪੀਤੇ ਰਹਿ ਸਕਦਾ ਹੈ, ਬਿਨਾਂ ਖਾਏ ਪੀਏ ਰਹਿ ਸਕਦੀ ਹੈ। ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਈ ਕੀੜੇ ਮਕੌੜੇ ਸੱਪ ਹੈਗੇ ਆ, ਖੁੱਡਾਂ ਚਲੇ ਜਾਂਦੇ ਆ ਸਰਦੀਆਂ 'ਚ, ਇਸ ਤਰ੍ਹਾਂ ਹੀ ਇਹ ਜਿਹੜੀ ਸੁੰਡੀ ਹੈ ਇਹ ਸੁਸਤ ਅਵਸਥਾ 'ਚ ਬਿਲਕੁਲ ਚਲੀ, ਜਿਹਨੂੰ ਕਹਿੰਦੇ ਡਾਇਆਪੌਜ਼ ਕਹਿ ਦਿੰਦੇ ਆਪਾਂ ਟੈਕਨੀਕਲ ਭਾਸ਼ਾ 'ਚ, ਡਾਇਆਪੌਜ਼ ਚਲੀ ਜਾਂਦੀ ਹੈ। ਲਗਭਗ ਤੁਸੀਂ ਨਵੰਬਰ ਤੋਂ ਕਹੋ, ਨਵੰਬਰ ਤੋਂ ਲੈ ਕੇ ਮਾਰਚ ਤੱਕ ਇਹ ਡਾਇਆਪੌਜ਼ 'ਚ ਹੀ ਰਹਿੰਦੀ ਹੈ। ਰਹਿੰਦੀ ਕਿੱਥੇ ਹੈ? ਇਹ ਰਹਿੰਦੀ ਹੈ ਛੱਟੀਆਂ ਵਿੱਚ, ਜਿਹੜੇ ਸੜੇ ਗਲੇ ਟਿੰਡੇ ਹੈ ਨਾ ਉਹਨਾਂ ਵਿੱਚ ਰਹਿੰਦੀ ਹੈ, ਜਾਂ ਜਿਹੜਾ ਟਿੰਡਾ ਨੀਚੇ ਡਿੱਗ ਪਿਆ ਉਹਨਾਂ 'ਚ ਰਹਿੰਦੀ ਹੈ। ਠੀਕ ਹੈ। ਤੇ ਇਹ ਐਕਚੁਅਲੀ ਤੁਸੀਂ ਦੇਖੋ, ਹੁਣ ਜੇ ਤੁਸੀਂ ਪੁਰਾਣਾ ਰਿਕਾਰਡ ਦੇਖੋਗੇ, ਪਹਿਲੇ ਸਾਨੂੰ ਇਹ ਜਿਹੜੀ ਜਿਨਿੰਗ ਮਿਲ ਹੈਗੀ ਜਿਸ ਤਰ੍ਹਾਂ ਜੋਧਪੁਰ ਰਮਾਣਾ, ਜਿਹੜੀ ਉੱਥੇ ਤੇਲ ਕੱਢਦੀ ਹੈ, ਤੇਲ ਵਾਲੀਆਂ ਜਿਹੜੀਆਂ ਵਡੇਵਿਆਂ ਤੋਂ ਤੇਲ ਕੱਢਦੇ, ਉਸ ਮਿਲ ਦੇ ਆਸੇ-ਪਾਸੇ ਕੁਝ ਖੇਤਾਂ ਵਿੱਚ ਅਟੈਕ ਮਿਲਿਆ। ਜੀਂਦ ਵਿੱਚ ਵੀ ਸਾਨੂੰ ਜਿਹੜੀ ਜਿਨਿੰਗ ਮਿਲ ਸੀ, ਜਿਹੜੀ ਕਾਟਨ ਦੀ ਮਿਲ ਸੀ ਤੇਲ ਕੱਢਣ, ਉਹਦੇ ਆਸੇ-ਪਾਸੇ ਮਿਲਿਆ। ਇਸ ਤੋਂ ਬਿਲਕੁਲ ਪ੍ਰਤੱਖ ਹੋ ਗਿਆ ਕਿ ਜਿਹੜਾ ਉਧਰੋਂ, ਕਿਉਂਕਿ ਜਿਹੜੀ ਸਹਿਨਸ਼ੀਲਤਾ ਆਈ ਸੀ ਉਹ ਆਈ ਸੀ ਦੱਖਣ ਭਾਰਤ 'ਚ, ਉੱਥੋਂ ਜਿਹੜੀ ਹੈ ਸੁੰਡੀ ਨੂੰ ਇੱਥੇ ਐਂਟਰੀ ਮਿਲ ਗਈ। ਇੱਥੇ ਐਂਟਰੀ ਮਿਲੀ ਤੇ ਬਸ ਫਿਰ ਇੱਥੇ ਜਦੋਂ, ਕਿਉਂਕਿ ਜਦ ਇੱਕ ਵਾਰੀ ਅੰਦਰ ਬਿਮਾਰੀ ਆ ਗਈ, ਉਹ ਫਿਰ ਕਿਸੇ ਨਾ ਕਿਸੇ ਰਾਹੀਂ, ਕਿਉਂਕਿ ਇੱਥੋਂ ਨਰਮਾ ਉੱਥੇ ਜਾ ਰਿਹਾ, ਉੱਥੋਂ ਇੱਧਰ ਜਾ ਰਿਹਾ, ਛੱਟੀਆਂ ਜਾ ਰਹੀਆਂ, ਛੱਟੀਆਂ ਪਿੰਡਾਂ 'ਚੋਂ ਦੂਜੇ ਪਿੰਡ, ਤੀਜੇ ਪਿੰਡ, ਚੌਥੇ, ਉਹ ਫਿਰ ਸੁੰਡੀ ਜਿਹੜੀ ਹੈ ਸਾਰੇ ਪੰਜਾਬ ਨੂੰ ਕਵਰ ਕਰ। ਡਾਕਟਰ ਸਾਹਿਬ ਇੱਕ ਸਵਾਲ ਹੋਰ ਖੜਾ ਹੋ ਜਾਂਦਾ ਹੈ, ਜਿਵੇਂ ਤੁਸੀਂ ਦੱਸਿਆ ਵੀ ਨਿਡਾਲ ਹੋ ਕੇ ਪਈ ਰਹਿੰਦੀ ਹੈ ਤੇ ਆਪਣਾ ਕਈ ਵਾਰ ਹੋਰ ਕੀੜੇ ਮਕੌੜੇ ਵਾਂਗੂ ਇਹ ਟਿੰਡਿਆਂ ਦੇ ਵਿੱਚ ਰਹਿੰਦੀ ਹੈ, ਮਿੱਟੀ ਦੀ ਕੋਈ ਭੂਮਿਕਾ ਹੈ ਇਹਨੂੰ ਵਧਾਉਣ ਫੁਲਾਉਣ ਦੇ ਵਿੱਚ? ਮਿੱਟੀ ਦੀ ਐਸ ਸੱਚ ਕੋਈ ਭੂਮਿਕਾ ਨਹੀਂ ਹੈ। ਇਹ ਜਦੋਂ ਕੋਈ ਖੋਜ ਹੋਈ, ਬਿਲਕੁਲ ਇਹ ਟਿੰਡਾ ਅਗਰ ਮਿੱਟੀ 'ਚ ਪਿਆ ਉੱਥੇ ਰਹੂਗੀ, ਇਹ ਰਹਿਣਾ ਨੇ ਟਿੰਡੇ 'ਚ। ਇਹ ਆਪਣੇ ਆਪ ਨੂੰ ਤੁਸੀਂ ਇਹ ਦੇਖੋ ਨਾ, ਜਦੋਂ ਹੁਣ ਅਸੀਂ ਪ੍ਰੈਜੈਂਟੇਸ਼ਨਸ ਕਰਾਂਗੇ ਤੁਸੀਂ ਦੇਖਿਓ, ਇਹਦਾ ਇੱਕ ਖਾਣ ਦਾ ਤਰੀਕਾ ਬੜਾ ਅਲੱਗ ਹੈ। ਜਦੋਂ ਇਹ ਫੁੱਲ ਨੂੰ ਖਾਂਦੀ ਹੈ ਨਾ, ਇਹ ਫੁੱਲ ਨੂੰ ਉੱਪਰੋਂ ਬੰਦ ਕਰ ਦਿੰਦੀ ਹੈ, ਉਹ ਮੀਰੀ ਫੁੱਲ ਬਣਾ ਦਿੰਦੀ ਹੈ ਉਹਨੂੰ, ਆਪ ਅੰਦਰ ਬੈਠੀ ਹੈ। ਉਸ ਤੋਂ ਬਾਅਦ ਦੇਖੋ ਜਿਹੜਾ ਇਹ ਸੁੰਡੀ, ਜਿਹੜਾ ਇਹਦਾ ਪਤੰਗਾ ਹੈ, ਇਹ ਅੰਡਾ ਦਿੰਦਾ ਹੈ ਕਿੱਥੇ? ਆਪਣੇ ਜਾਂ ਤੇ ਫੁੱਲ ਕੋਲ, ਜਾਂ ਫੁੱਲ ਬੋਗੀ ਕੋਲ, ਜਾਂ ਟਿੰਡੇ ਕੋਲ, ਕਿਉਂਕਿ ਇਹ ਚਾਹੁੰਦਾ ਕਿ ਮੇਰਾ ਬੱਚਾ ਛੇਤੀ 'ਚ ਛੇਤੀ ਟਿੰਡੇ ਵਿੱਚ ਜਾਏ, ਜਾਂ ਇਹਨੂੰ ਖੁਰਾਕ ਦੀ ਬਹੁਤੀ ਭਾਲ ਨਾ ਕਰਨੀ। ਉਹਦਾ ਜੀਵਨਦਾਨ ਹੈ ਟਿੰਡਾ। ਬਿਲਕੁਲ ਇਹ ਟਿੰਡੇ ਵਿੱਚ 2 ਘੰਟੇ ਚਲੀ ਜਾਂਦੀ ਹੈ। ਇੱਕ ਵਾਰੀ ਅੰਡੇ 'ਚੋਂ ਨਿਕਲੀ ਬਾਹਰ, 2-3 ਘੰਟੇ 'ਚ ਟਿੰਡੇ ਦੇ ਅੰਦਰ ਹੈ। ਇੱਕ ਵਾਰੀ ਟਿੰਡੇ ਦੇ ਅੰਦਰ ਚਲੀ ਗਈ, ਫਿਰ ਇਹਨੂੰ ਲਾਈਫਲਾਈਨ ਹੈ। ਹਾਂ, ਫਿਰ ਇਹਦੇ ਮਾਰ ਨਹੀਂ ਕਰ ਸਕਦੇ, ਫਿਰ ਇਹਦੇ ਕੋਈ ਵੀ ਕੀਟਨਾਸ਼ਕ, ਕਿਉਂਕਿ ਟਿੰਡੇ ਦੇ ਅੰਦਰ ਕੋਈ ਵੀ ਕੀਟਨਾਸ਼ਕ ਜਾਣਾ ਹੀ ਨਹੀਂ, ਬਾਰ-ਬਾਰ ਉੱਪਰ ਹੀ ਰਹੇਗਾ। ਬਾਰ-ਬਾਰ ਜਿਹੜੀ ਅਸੀਂ ਦਵਾਈ ਸਪਰੇਅ ਕਰਤੀ, ਜਿਹੜਾ ਨਵਾਂ ਕੋਈ ਬੱਚਾ ਨਿਕਲ ਰਿਹਾ, ਜਦੋਂ ਉਹ ਟਿੰਡੇ ਨੂੰ ਕੋੜਾ ਕਰ ਜੇ, ਆਪਾਂ ਜੱਟ ਕੀ ਭਾਸ਼ਾ ਵਿੱਚ ਕਹਿੰਦੇ ਆ ਕਿ ਦਵਾਈ ਸਪਰੇਅ ਕਰਤੀ ਨਰਮੇ ਤੇ, ਉਹਨੂੰ ਕੋੜਾ ਕਰਤਾ, ਫੁੱਲ ਨੂੰ ਕੋੜਾ ਕਰਤਾ, ਟਿੰਡੇ ਨੂੰ ਕੋੜਾ ਕਰਤਾ, ਉਹ ਹੁਣ ਅੰਦਰ ਜਦੋਂ ਹੀ ਖਾਣ ਲੱਗੂਗੀ ਛੋਟੀ ਸੁੰਡੀ, ਉਹ ਮਰ ਜਾਣੀ। ਇਸ ਕਰਕੇ ਕਹਿੰਦੇ ਰਾਈਟ ਟਾਈਮ ਤੇ ਜੇ ਸਪਰੇਅ ਵੀ ਕਰਨਾ, ਰਾਈਟ ਟਾਈਮ ਤੇ। ਸੋ ਇਹ ਕ੍ਰਿਮਿਕ ਜਿਹੜਾ ਇਹ ਆਇਆ, ਕਹਿੰਦੇ ਵੀ ਸੰਭੋਗ ਨਾਲ ਜਿਹੜਾ ਹੈਗਾ 2 ਕਿਲੋਮੀਟਰ ਤੋਂ ਵੀ ਆਪਣਾ ਉਹ ਕਰ ਸਕਦੇ ਹੈਗੇ, ਉਹਨੂੰ ਸੰਕੇਤ ਜਦੋਂ ਦਿੰਦੀ ਹੈ, ਕਿੰਨਾ ਕੁ ਕਾਰਾਗਰ ਲੱਗਦਾ ਤੁਹਾਨੂੰ? ਪਤਾ ਕੀ ਹੈ, ਇਹ ਟੈਕਨੋਲੋਜੀ ਇੰਡੀਆ ਵਿੱਚ ਤੇ ਫਸਟ ਟਾਈਮ ਆ ਰਹੀ ਹੈ ਗੁਲਾਬੀ ਸੁੰਡੀ ਦੀ, ਲੇਕਿਨ ਜੇ ਤੁਸੀਂ ਯੂਰਪੀਅਨ ਦੇਸ਼ਾਂ 'ਚ ਦੇਖੋ, ਉੱਥੇ ਸੇਬਾਂ ਵਿੱਚ ਇੱਕ ਕੌਡਲਿੰਗ ਮੌਤ ਹੈ, ਬਹੁਤ ਵੱਡੀ ਸਮੱਸਿਆ ਹੈ। ਉਹਨੂੰ ਜਿਹੜਾ ਹੈ ਇਸੇ ਤਰੀਕੇ ਨਾਲ ਕਾਬੂ ਕੀਤਾ ਜਾਂਦਾ ਹੈ। ਸਕਸੈਸ ਰੇਟ ਹੈ ਉਹਦਾ? ਬਿਲਕੁਲ ਸਕਸੈਸਫੁਲ ਰੇਟ ਹੈ। ਅਸੀਂ ਤੁਹਾਨੂੰ ਆਪਣੇ ਜਿਹੜੇ ਇੱਥੇ ਖੋਜ ਟਰਾਇਲ ਹੈ ਉਹਨਾਂ ਵਿੱਚ ਸਾਨੂੰ ਬੜੇ ਸੈਟੀਸਫੈਕਟਰੀ ਰਿਜ਼ਲਟ ਮਿਲੇ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਪ੍ਰੋਡਕਟ ਨੂੰ 2 ਸਾਲ ਜਿਹੜਾ ਹੈ ਆਪਣੇ ਖੋਜ ਟਰਾਇਲਾਂ ਟੈਸਟ ਕੀਤਾ। ਹੁਣ ਅਸੀਂ ਕੀ ਕੀਤਾ, ਅਸੀਂ ਹੁਣ ਇਹਨੂੰ ਕਿਸਾਨ ਦੇ ਫੀਲਡ ਤੱਕ, ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਪ੍ਰੋਟੋਕੋਲ ਹੈ ਕਿ ਪਹਿਲਾਂ ਆਪ 2 ਸਾਲ ਇਹਨੂੰ ਟੈਸਟ ਕਰਦੇ ਹਾਂ ਆਪਣੇ ਰਿਸਰਚ ਟਰਾਇਲਾਂ 'ਚ, ਉਸ ਤੋਂ ਬਾਅਦ ਅਸੀਂ ਇਹਨੂੰ ਫਾਰਮਰ ਫੀਲਡ, ਕਿਸਾਨਾਂ ਦੇ ਖੇਤਾਂ 'ਚ ਲੈ। ਐਤਕੀ ਅਸੀਂ ਬਠਿੰਡਾ, ਮਾਨਸਾ, ਅਬੋਹਰ ਤੇ ਮੁਕਤਸਰ ਤੇ ਫਰੀਦਕੋਟ 2 ਪਿੰਡ ਪੂਰੇ ਅਡਾਪਟ ਕੀਤੇ।
ਠੀਕ ਹੈ। ਜਿੱਥੇ ਕਿ ਅਸੀਂ ਇਹ ਡੈਮੋਨਸਟ੍ਰੇਟ ਕਰ ਰਹੇ ਹਾਂ ਟੈਸਟ ਵੀ ਕਰ ਰਹੇ ਹਾਂ, ਕਿਉਂਕਿ ਜਦੋਂ ਫਾਰਮਰ ਤੋਂ ਫੀਡਬੈਕ ਮਿਲੂਗਾ ਤੇ ਸਾਨੂੰ ਪਤਾ ਚੱਲ ਜਾਊਗਾ ਕਿ ਹਾਂ ਜਿਹੜੀ ਇਹ ਟੈਕਨੋਲੋਜੀ ਕਾਰਗਰ ਹੈ ਕਿ ਨਹੀਂ। ਇਹਦੇ ਵਿੱਚ ਬੇਸਿਕਲੀ ਹੈ ਕੀ ਹੈ, ਬੇਸਿਕਲੀ ਇਹ ਹੈ ਕਿ ਇਹ ਪ੍ਰਜਨਨ ਵਿਘਨ ਇੱਕ ਟਾਈਪ ਦੀ ਕੀੜੇ ਦੀ ਫੈਮਿਲੀ ਪਲੈਨਿੰਗ ਹੈਗੀ ਹੈ। ਪ੍ਰਜਨਨ ਨੂੰ ਵਿਘਨ ਕਰਨਾ ਹੈ, ਫੀਰਾਮੋਨ ਜਿਹੜੀ, ਕਿਉਂਕਿ ਕੀੜਾ ਜਿਹੜਾ ਨਾ ਪਾਲ ਕਰਦਾ ਹੈ, ਨਰ ਮਾਦਾ ਦੀ ਜਿਹੜੀ ਪਾਲ ਹੈ ਅੱਖਾਂ ਨਾਲ ਨਹੀਂ ਹੁੰਦੀ, ਉਹ ਗੰਧ ਨਾਲ ਹੁੰਦੀ ਹੈ। ਤੇ ਕੀ ਹੈ ਕਿ ਅਸੀਂ ਜਿਹੜਾ ਖੇਤ ਹੈ ਉਹਨੂੰ ਗੰਧ ਨਾਲ ਇੰਨਾ ਸੰਤ੍ਰਿਪਤ ਕਰ ਦੇਣਾ ਹੈ ਕਿ ਉੱਥੇ ਜਿਹੜੀ ਅਸਲ ਮਾਦਾ ਦੀ ਜਿਹੜੀ ਗੰਧ ਹੈ ਉਹ ਮਾਸ ਕੋ ਦੱਬ ਜਾਣੀ ਹੈ। ਤੇ ਇਸ ਕੀੜੇ ਨੇ ਅਸਲ ਮਾਦਾ ਨੂੰ ਜਿਹੜਾ ਹੈ ਇਹਦਾ ਨਰ ਹੈ ਉਹਨੇ ਪਛਾਣ ਨਹੀਂ ਸਕਣਾ, ਤੇ ਉਹ ਜਿਹੜਾ ਉੱਥੇ ਹੀ ਘੁੰਮਦਾ ਰਹੂਗਾ, ਕਿਉਂਕਿ 4-5 ਦਿਨ ਦਾ ਇਹਦਾ ਜੀਵਨ ਲਾਈਫ ਹੈਗੀ ਹੈ, ਉਹ 5 ਦਿਨ ਚ ਮਰ ਜਾਣਾ। ਕੀ ਕਹਿ ਸਕਦੇ ਹਾਂ, ਮਤਲਬ ਇਹਦੇ ਲਈ ਰਾਮਬਾਣ ਇਲਾਜ ਆ ਚੁੱਕਾ ਹੈ? ਬਿਲਕੁਲ ਜੀ, ਅੱਛਾ ਇਲਾਜ ਹੈ। ਮੈਂ ਤੁਹਾਨੂੰ ਇਹੀ ਕਹਿ ਰਿਹਾ, ਅਸੀਂ ਇਹਨੂੰ ਟੈਸਟ ਕੀਤਾ ਹੈ, ਸਾਡੇ ਕੋਲ ਬਹੁਤ ਵਧੀਆ ਰਿਜ਼ਲਟਸ ਮਿਲੇ ਹੈ। ਅਸੀਂ ਹੁਣ ਇਹਨੂੰ ਫਾਰਮਰ ਫੀਲਡ ਤੇ ਹੈ, ਐਤਕੀ ਸਾਨੂੰ ਜਿਹੜੀ ਹੈ ਫਾਰਮਰ ਤੋਂ ਹੀ ਆਪ ਹੀ ਫੀਡਬੈਕ। ਦੇਖੋ ਬੀਟੀ ਜਦੋਂ ਆਇਆ ਸੀ ਨਾ 2005 ਵਿੱਚ 10,000 ਏਕੜ ਸੀਗਾ ਟੋਟਲ, ਹੁਣ ਜਿਹੜਾ 99% ਏਰੀਆ ਬੀਟੀ ਦੇ ਅੰਡਰ ਹੈਗਾ। ਤੇ ਇਸ ਕਰਕੇ ਫਾਰਮਰ ਨੂੰ ਸਾਨੂੰ ਕੋਈ ਵੀ ਟੈਕਨੋਲੋਜੀ ਜਿਹੜੀ ਹੈ ਨਾ ਥੋਪੀ ਨਹੀਂ ਜਾ ਸਕਦੀ। ਜਦੋਂ ਫਾਰਮਰ ਸੈਟੀਸਫਾਈ ਹੋਊਗਾ, ਅਸੀਂ ਫਾਰਮਰ ਦੇ ਫੀਡ ਤੇ ਲਾਈ ਹੈ, 400 ਕਿੱਲੇ ਤੇ ਲਾਈ ਹੈ, ਜਦੋਂ ਫਾਰਮਰ ਸੈਟੀਸਫਾਈਡ ਹੋਊਗਾ ਤੇ ਟੈਕਨੋਲੋਜੀ ਵਿਲ ਗੋ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਜੀ ਸ਼ੁਕਰੀਆ ਜੀ। ਸੋ ਡਾਕਟਰ ਸਤਨਾਮ ਸਿੰਘ ਉਹਨਾਂ ਨੇ ਸਾਨੂੰ ਦੱਸਿਆ, ਜਿਹੜੇ ਕਿ ਖੇਤਰੀ ਖੋਜ ਕੇਂਦਰ ਫਰੀਦਕੋਟ ਤੋਂ ਆਏ ਹੋਏ ਨੇ, ਕਿ ਕਿਤੇ ਨਾ ਕਿਤੇ ਬਹੁਤ ਕਾਰਾਗਰ ਇਲਾਜ ਜਿਹੜਾ ਆ ਚੁੱਕਾ। ਯੂਰਪ ਦੇ ਮੁਲਕਾਂ ਦੀ ਗੱਲ ਕਰ ਲਈਏ ਤਾਂ ਉੱਥੇ ਸੇਬਾਂ ਤੇ ਇਦਾਂ ਦਾ ਅਟੈਕ ਹੋ ਰਿਹਾ ਸੀ, ਤੇ ਇਹੀ ਟੈਕਨੀਕ ਸੀ, ਇਹੀ ਵਿਧੀ ਸੀ ਜਿਹਨੇ ਕਿਸਾਨਾਂ ਨੂੰ ਸੁੱਖ ਦਾ ਸੁਆਹ ਦਵਾਇਆ ਹੈਗਾ, ਤੇ ਇਹਦਾ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਸਕਸੈਸ ਰੇਟ ਹੈ ਦੇਖਣ ਨੂੰ ਮਿਲੇਗਾ। ਸਾਡੇ ਨਾਲ ATGC ਦੇ ਡਾਇਰੈਕਟਰ ਕਾਰਪੋਰੇਟ ਅਫੇਅਰ ਡਾਕਟਰ ਵਿਸ਼ਾਲ ਗਾਂਧੀ ਮੌਜੂਦ ਹੈਗੇ ਨੇ। ਕੁਝ ਸਵਾਲ ਜਵਾਬ ਡਾਕਟਰ ਗਾਂਧੀ ਨਾਲ ਕਰਦੇ ਹਾਂ। ਸੋ ਗਾਂਧੀ ਜੀ, ਪਹਿਲਾ ਸਵਾਲ ਇਹੀ ਵੀ ਜਿਹੜੀ ਇਹ ਗੁਲਾਬੀ ਸੁੰਡੀ ਹੈਗੀ ਹੈ, ਲੰਮੇ ਸਮੇਂ ਤੋਂ ਪੰਜਾਬ 'ਚ ਇਹਦੀ ਮਾਰ ਜਿਹੜਾ ਪੈਂਦੀ ਆ ਰਹੀ ਹੈ, ਜਿਹੜੇ ਭਾਵੇਂ ਸਾਡੇ ਸਰਕਾਰੀ ਸੰਸਥਾਨ ਨੇ ਜਾਂ ਪ੍ਰਾਈਵੇਟ ਗਰੁੱਪਸ ਹੈਗੇ ਨੇ, ਕੰਪਨੀਆਂ, ਇਹਦਾ ਕੋਈ ਪੱਕਾ ਹੱਲ ਲੱਭ ਪਾਉਣਗੀਆਂ? ਸਾਡੀ ਜੋ ਰਿਸਰਚ ਹੋਈ ਹੈ ATGC ਵਿੱਚ, ਉਹਦਾ ਸੋਲੂਸ਼ਨ ਜੋ ਨਿਕਲਿਆ ਹੈ ਉਹ यही है कि एक परमानेंट सोल्यूशन जो कॉस्ट इफेक्टिव और एक परमानेंट और ग्रीन सोल्यूशन ਲਾਈਫ ਟਾਈਮ ਅਲਟਰਨੇਟਿਵ, ਹਾਂ वो ਅਸੀਂ ਦਿਆ ਹੀ, ਔਰ ਇਹਨੂੰ ਡਿਵੈਲਪ ਕਰਨ ਲਈ ਅਸੀਂ ਆਪਣਾ 8-10 ਸਾਲ ਲਗਾਏ ਨੇ। ਐਂਡ ਐਗਜ਼ੈਕਟਲੀ ਰਿਸਰਚ ਇਨ ਪਾਰਟਨਰਸ਼ਿਪ ਵਿਦ many institutions like Punjab Agriculture University, University of Agricultural Sciences Raichur. So multiple universities came forward to actually develop this product, and now this product is further commercialized by ATGC that I am part of. So it's a very very innovative product और green product है, क्योंकि आज साडू ਅਸੀਂ ਦੇਖੀਏ ਤਾਂ पंजाब ਵਿੱਚ ਕੈਂਸਰ बढ़ ਰਿਹਾ ਹੈ, और पंजाब अपनी इकानमी हैगी एग्रीरियन इकोनॉमी, राइट। तो कहीं ना कहीं असी एग्रीकल्चर आउटपुट बढ़ाने ਲਈ ਅਸੀਂ ਪੈਸਟੀਸਾਈਡ ਤਾਂ डाल रहे हैं, राइट। तो ਉਹਦੇ ਪੈਸਟੀਸਾਈਡ ਦੇ ਰੈਜ਼ੀਡਿਊਜ਼ ਜੋ ਹੈਗੇ ਨੇ ਉਹ ਤਾਂ ਫਿਰ ਸਾਡੇ ਹਿਊਮਨ ਹੈਲਥ ਵਿੱਚ ਆ ਹੀ ਰਹੇ ਨੇ ਨਾ, ਤਦੀ ਤਾਂ ਕੈਂਸਰ ਹੋ ਰਿਹਾ। ਤਾਂ ਅਸੀਂ ਸੋਚਿਆ ਕਿ ਕੋਈ ਇੰਨਾ ਵਧੀਆ ਸੋਲੂਸ਼ਨ ਬਣਾਈਏ ਜਾਂ ਗ੍ਰੀਨ ਹੋਵੇ, ਤਾਂ ਕਿ ਹਿਊਮਨ को अगर अंदर चला भी जाए छोटा मोटा भी, ਤਾਂ ਇਹਨੂੰ ਕੈਂਸਰ ਨੂੰ ਰੋਕੇ। ਬਸ ਸਿੱਧਾ ਆਪਾਂ ਕਹੀਏ ਗੁਲਾਬੀ ਸੁੰਡੀ ਜਿਹੜਾ ਕਪਾਹ ਦਾ ਕੈਂਸਰ ਹੈਗਾ, ਤੇ ਉਹ ਕੈਂਸਰ ਫਿਰ ਅੱਗੇ ਇਨਸਾਨੀ ਸਰੀਰ 'ਚ ਆ ਰਿਹਾ। ਬਿਲਕੁਲ ਬਿਲਕੁਲ। ਤਾਂ ਅਸੀਂ ਅੱਜ ਦੀ ਡੇਟ ਵਿੱਚ ਅਗਰ ਤੁਸੀਂ ਦੇਖਿਓ UN ਗੋਲ ਹੈਗੇ ਨੇ, ਜਿਵੇਂ ਯੂਨਾਈਟਿਡ ਨੇਸ਼ਨ ਦੇ ਗੋਲ ਹੈਗੇ ਨੇ, ਉਹ ਇੱਕ ਗੱਲ ਨਹੀਂ ਕਰਦੇ ਕਿ ਹਿਊਮਨ ਹੈਲਥ ਇੰਪੋਰਟੈਂਟ ਹੈ, ਉਹ ਕਹਿੰਦੇ ਐਨੀਮਲ ਹੈਲਥ ਵੀ ਇੰਪੋਰਟੈਂਟ ਹੈ, ਐਗਰੀਕਲਚਰ ਵੀ ਇੰਪੋਰਟੈਂਟ ਹੈ। ਤਾਂ ਅਗਰ ਇਨ ਤਿੰਨਾਂ ਨੂੰ ਅਗਰ ਧਿਆਨ ਨਹੀਂ ਦਿੱਤਾ ਨਾ, ਤਾਂ ਹਿਊਮਨ ਹੈਲਥ ਨਹੀਂ ਸਹੀ ਰਹੇਗੀ। ਅਗਰ ਖਾਲੀ ਤੁਸੀਂ ਕਹੀਏ ਹਿਊਮਨ ਹੈਲਥ ਨੂੰ ਦੇਖਣਾ, ਤਾਂ ਹਿਊਮਨ ਹੈਲਥ अपने स्टैंड अलोन बेसिस पे कुछ भी नहीं है, बर्तनी तो खानी तो फसल ही है ना। एग्जैक्टली। सो इसीलिए हमें जो सोल्यूशंस देखने हैं वो सस्टेनेबल सोल्यूशंस देखने हैं। एंड जो ATGC और यूनिवर्सिटी की पार्टनरशिप में जो काम हुआ है टू डेवलप दिस पर्टिकुलर ग्रीन लेबल प्रोडक्ट, जिसका अप्रूवल लास्ट ईयर मिला है और हम पंजाब में अब लॉन्च कर रहे हैं। कुछ लिमिटेड क्वांटिटी में ऑलरेडी कहीं ना कहीं और भी सिटीज़ में लॉन्च हो चुका है जहाँ हमें अच्छा सक्सेस मिला। लेकिन पंजाब एक जो हमें लगा कि लास्ट ईयर जो इकोनॉमिक लॉस हुआ उसकी वजह से कैसे जल्दी से, ताकि दोबारा से सिचुएशन ऐसा ना आए, ताकि इस कंट्रोल कर लिया जाए, और कंट्रोल थ्रू द बायो रूट। बायो इज अ फ्रेंडली रूट, केमिकल इज अ अनफ्रेंडली रूट, राइट। तो हमें ये बायो मेथड्स को अडॉप्ट करना है, जो बायो कंट्रोल मैकेनिज्म है उसको यूज़ करना है, और उसके लिए हमारे पास इनोवेटिव पेटेंटेबल टेक्नोलॉजी है जो ATGC ने बनाई है, और उसी को लॉन्च कर रहे हैं। ਕੈਮਿਕ ਦੀ ਆਪਾਂ ਟੈਕਨੀਕ ਦੀ ਗੱਲ ਕਰ ਲਈਏ ਤੇ ਸਕਸੈਸ ਰੇਟ ਬਾਰੇ ਕੀ ਕਹੋਗੇ?
ਇਹਦਾ ਸਕਸੈਸ ਰੇਟ ਜੋ ਫੀਲਡ ਟ੍ਰਾਇਲ ਹੋਏ ਨੇ ਉਹਦੇ ਬੇਸ ਤੇ ਹੀ ਸਾਨੂੰ ਅਪਰੂਵਲ ਮਿਲਿਆ ਹੈ। ਅਗਰ ਰਿਜ਼ਲਟ ਅੱਛੇ ਨਹੀਂ ਹੁੰਦੇ ਤਾਂ ਸਾਨੂੰ ਅਪਰੂਵਲ ਨਹੀਂ ਮਿਲਦਾ ਹੈ। ਸੈਂਟਰਲ ਇਨਸੈਕਟੀਸਾਈਡ ਬੋਰਡ ਨੇ ਅਪਰੂਵਲ ਦਿੱਤਾ ਹੈ ਐਂਡ ਦੇ ਕਾਲਡ ਇਟ ਐਜ਼ ਅ ਫਰਸਟ ਗ੍ਰੀਨ ਲੇਬਲ ਪੈਸਟੀਸਾਈਡ, which means that it is a very very environmental friendly sustainable product। ਕੀ ਕਹਿੰਦੇ ਹੁਣ ਕਿਸਾਨਾਂ ਨੂੰ ਚਿੰਤਾ ਮੁਕਤ ਹੋ ਜਾਣਾ ਚਾਹੀਦਾ ਇਸ ਪ੍ਰੋਡਕਟ ਨਾਲ? ਬਿਲਕੁਲ ਉਹਨਾਂ ਨੂੰ ਚਿੰਤਾ ਮੁਕਤ ਹੋਣ ਲਈ ਉਹਨਾਂ ਨੂੰ ਕੁਝ ਆਪਣੀ ਨੌਲੇਜ ਬਣਾਉਣੀ ਪਏਗੀ ਪਹਿਲੇ। ਆਪਣੇ ਲੋਕਾਂ ਨੂੰ ਪੁੱਛਣਾ ਪਏਗਾ ਕਿ ਕਿਵੇਂ ਯੂਜ਼ ਕਰਨਾ ਹੈ। ਪ੍ਰੋਡਕਟ ਆ ਗਿਆ ਬਟ ਸਾਨੂੰ ਪਤਾ ਨਹੀਂ ਕਿ ਪ੍ਰੈਕਟਿਸਿਸ ਕੀ ਸਹੀ ਰਹੇਗੀ ਤਾਂ ਰਿਜ਼ਲਟ ਅੱਛਾ ਨਹੀਂ ਆਏਗਾ। ਤਾਂ ਕੈਪੈਸਿਟੀ ਬਿਲਡਿੰਗ which ਤੁਹਾਡੇ ਸਟੇਟ ਨੂੰ ਐਗਰੀਕਲਚਰ ਯੂਨੀਵਰਸਿਟੀ ਨੂੰ ਦ ਕੰਪਨੀਆਂ ਲਾਈਕ ਅਸ ਸਾਡੇ ਦੇ ਅਸੀਂ ਕੰਪਨੀਆਂ ਨੂੰ ਮਿਲ ਕੇ ਸਭ ਨੇ ਹੱਥ ਜੋੜ ਕੇ ਇੱਕ ਦੂਸਰੇ ਦਾ ਅੱਗੇ ਵਧਣਾ ਹੈ। ਇਹ ਖਾਲੀ ਕੰਪਨੀ ਦਾ ਕੰਮ ਨਹੀਂ ਹੈ, ਇਹ ਯੂਨੀਵਰਸਿਟੀ ਦਾ ਕੰਮ ਹੈ, ਸਟੇਟ ਗਵਰਨਮੈਂਟ ਦਾ ਕੰਮ ਹੈ, ਫਾਰਮਰਸ ਦਾ ਕੰਮ ਹੈ। ਇਟ ਇਜ਼ ਅ ਕੋਲੈਬੋਰੇਸ਼ਨ ਵਿਚ ਇਜ਼ ਰਿਕਵਾਇਰਡ। ਇਹ ਕਹਿੰਦੇ ਕਿ ਸਾਡਾ ਮਕਸਦ ਇਹ ਨਹੀਂ ਹੈ ਕਿ ਪ੍ਰੋਡਕਟ ਵੇਚਿਆ ਪੈਸੇ ਜੇਬ ਪਾਏ ਤੇ ਘਰ ਚੱਲ ਜਾਈਏ, ਉਹ ਕੰਮ नहीं है। बिल्कुल बिल्कुल, क्योंकि वो टेम्परेरी सोल्यूशन है, वो तो चल ही रहा है ना, वो तो पेस्टिसाइड से भी चल रहा था ना, लेकिन उससे क्या दिख रहा है? उससे कैंसर दिख रहा है ना। इतनी आप देखिए आपके कैंसर लोग व्हेन आई कम फ्रॉम पंजाब, आई एम अ पर्सन फ्रॉम होशियारपुर, so I feel very unfortunate that like there is a train from some Batinda goes to Rajasthan for the treatment of cancer. So can anything be worse than this? Absolutely. We are not able to control the cause. हमारे को जो सोल्यूशन आए, हम सोल्यूशन पे फोकस कर रहे हैं, हम जो प्रॉब्लम क्रिएट कर रहे हैं उसको फोकस ही नहीं कर रहे हैं। मोटिवेशन भी जरा चाहिए होएगी। एग्जैक्टली। तो ए अप्रोच जो है एक मल्टी डिसिप्लिनरी अप्रोच ना प्रोडक्ट बनया ना एन्यू सक्सेस मार्केट विच और फार्मर दे हाथ विच तदी है जब फार्मर एनू अच्छी तरह समझे कि कितना लगाना है, कित्थे लगाना है, क्यों लगाना है, किदे नाल लगाना है, किवें लगाना है, सारी चीज़ां ਉਹਨੂੰ ਪਤਾ ਹੋਣਾ ਚਾਹੀਦਾ ਹੈ। तभी सोल्यूशन इफेक्टिव रहेगा, नहीं तो सोल्यूशन इफेक्टिव नहीं होगा। रिजल्ट्स 50% आएंगे, लेकिन इसका जो रिजल्ट्स जो प्रॉमिस जो फील्ड ट्रायल में हुआ है 80-90% रिजल्ट्स हैं। ATGC ਦੇ MD ਡਾਕਟਰ ਮਾਰਕੰਡੇ ਤੇ ਇੱਕ डायरेक्टर डॉक्टर रेड्डी साढ़े नाल मौजूद ने, इन्होंने गलबात करते हैं। सो डॉक्टर रेड्डी, सबसे पहले यही जानना चाहेंगे, कई वर्षों से जो इसका आक्रमण भारत में हो रहा था, कई प्रदेशों में हमारे गुलाबी सुंडी जो पिंक बॉलवर्म है, तो क्या कहें अब इसका लाइफ टाइम अल्टरनेटिव आ गया आज? इसके लिए गुलाबी सुंडी जो है बाकी राष्ट्रों में तेलंगाना राष्ट्र और कर्नाटक में और महाराष्ट्र गुजरात में 2015 से ही फैल चुका है, और यहाँ पे हरियाणा और पंजाब राष्ट्र में ये पिछले साल आ चुका था, मगर मानसा और सिरसा ये सब डिस्ट्रिक्टों में किसान बहुत इसके साथ नुकसान हो गया है। और इस साल भी ये नरमा का फसल में ये बहुत डैमेज करने का चांसेस है, क्योंकि वो उसका जो प्यूपा स्टेज था वो साइल में था, वो निकलेगा बारिश से, वो चांसेस जो है बहुत भारी डैमेज होने के लिए। इससे गुलाबी सुंडी से किसानों का फसल को बचाने के लिए ATGC ने लेके आए हैं एक नया सा इनोवेशन प्रोडक्ट है, इसका नाम है क्रेमिट PBW। ये किसान भाइयों ने पहले से ही सोइंग करने के बाद 35 से 40 दिन से शुरू करके एक ट्यूब को लगाए तो वो 30 दिन तक उसको प्रोटेक्शन दे देगा। तो उसके बाद 60 to 65 डेज़ में दूसरा बार लगाना है, और 90 to 100 डेज़ के बीच में तीसरा बार लगाना है। इससे लगाए तो ये तो प्रिवेंटिव टेक्निक है, ये पहले ही लगाना है। गुलाबी सुंडी आने के बाद वो टिंडा में अंदर जाके ख़राब कर देता है, तभी हमारा किसान भाइयों को मालूम पड़ेगा, तब वो कुछ ही दवाई या इंसेक्टिसाइड लगाने से कुछ फ़ायदा नहीं होगा। इसको प्रिवेंटिव टेक्नोलॉजी लेके पहले से ही लगाना है हमारा फसल को अगर बचाना है तो। So now we have ATGC's MD Dr. Markande. So Dr. Markande, what would you like to say about Cremic PBW? ये क्रेमिट PBW ये गुलाबी सुंडी के लिए एक नई टेक्निक से हम मैनेज कर रहे हैं। ये 5 स्टेट यूनिवर्सिटीज़ ने रिकमेंड किया है, पंजाब स्टेट यूनिवर्सिटी भी अपने रिकमेंडेशन में लेके आया है। ये जो है जो इंसेक्ट फैमिली प्लानिंग का मैकेनिज्म ऑफ एक्शन है, सो प्रिवेंटिव है। जैसे कोविड वैक्सीन है, तो इसको इन्फेस्टेशन से पहले ही, गुलाबी सुंडी से आने से पहले ही
प्रोडक्ट को लगाना पड़ेगा। सो 3 बार सीज़न में लगाए तो स्टार्टिंग फ्रॉम 30th डे। सो ये प्रिवेंशन, हाँ, पॉपुलेशन। डॉक्टर साहब, कहा जा रहा है कि यूरोपियन देशों में सेब की फसलों पर ऐसा ही कुछ जड़ा हमला है, आक्रमण है, कई वर्ष पहले हुआ था, तो ये वही चीज़ है, वहाँ पे तो रोकथाम हो गई थी, तो उसी का इंस्पायर मान सकते हैं हम इसको? हाँ, वही टेक्नोलॉजी है जो सेब में है। अभी 40 साल से चल रहा है ये टेक्नोलॉजी। उनको तो कंप्लीट 100% कंट्रोल है वहाँ पे उन देशों में, सेब में और ग्रेप्स में। हम 5 साल से इन देशों में, अमेरिका और यूरोप में, वही 2 सेब और ग्रेप्स के लिए हम सॉल्यूशन दे रहे हैं यही टेक्नोलॉजी के ऊपर। हमने सोचा कि इंडिया के किसान भाइयों के लिए ये प्रोडक्ट बहुत ही इम्पोर्टेंट है। वहाँ से हम ये ओनली 1/4 कॉस्ट में इंडिया में लॉन्च किया है ये प्रोडक्ट फॉर द बेनिफिट ऑफ फार्मर्स। तो जब ये क्रेमिक PWD का हम यूज़ करेंगे, किसान भाई प्रयोग करेंगे, तो मतलब ये श्योर है कि वो जो नर और मादा होते हैं गुलाबी सुंडी, उनमें मीटिंग नहीं होने देगा, सेक्सुअल मीटिंग उनमें? हाँ, वही है। सो टेक्नोलॉजी जो है, जो हम 400 बूंद लगाते हैं 1 एकड़ में, ये 400 एक बूंद एक आर्टिफिशियल फीमेल जैसा बिहेव करेगा। सो वो अपने वर्जिन फीमेल तक पहुंचने ही नहीं देगा। ओरिजिनल तक? हाँ, वर्जिन फीमेल तक। हाँ, सो उससे क्या होगा, जो भी अंडा रहेगा वो स्टेराइल रहेगा, उसमें से पॉपुलेशन बढ़ेगा नहीं। 2 ਦਿਨਾਂ ਸੈਮੀਨਾਰ ਅੱਜ ਤੋਂ ਚੰਡੀਗੜ੍ਹ 'ਚ ਸ਼ੁਰੂ ਹੋ ਰਿਹਾ, ਜਿਹਦੇ ਵਿੱਚ ਆਪਣਾ ਮੁੱਖ ਤੌਰ ਤੇ ਜਿਹੜਾ ਨੈਸ਼ਨਲ ਬਿਊਰੋ ਆਫ ਐਗਰੀਕਲਚਰ ਇਨਸੈਕਟ ਰਿਸੋਰਸਸ ਦੇ ਸੇਵਾ ਮੁਕਤ ਡਾਇਰੈਕਟਰ ਐਨ ਬਖਤਾ ਵਸਲਮ ਸਾਡੇ ਵਿੱਚ ਅੱਜ ਮੌਜੂਦ ਹੈਗੇ ਨੇ। ਸੋ ਇਹਨਾਂ ਨਾਲ ਇਹਦੇ ਬਾਰੇ ਗੱਲ ਕਰਦੇ ਹਾਂ। ਸੋ डॉक्टर साहब, स्क्रोल पंजाब चैनल पे आपका स्वागत है। नमस्कार जी। तो सबसे पहले यही जानना चाहेंगे, आपका इतना लंबा ज़िंदगी का तजर्बा है, एक्सपीरियंस है, ये जो गुलाबी सुंडी है, इसका हमारे देश में आगमन कैसे हुआ? ये एक्चुअली ये पुराना किटा है। ये हम लोग का 70 से 80 से चल रहा था, 3-4 हाँ। डिकेड्स। डिकेट्स। लेकिन उसका पॉपुलेशन बहुत ही कम था काटन में और सभी का, क्योंकि इसका एक ही क्रॉप है, काटन में ही आता है और सब में नहीं आता। इसके लिए हम लोग बोलवोम का ट्रांसजेनिक काटन लेके आया, आप लोग का मालूम है। 2002 से अभी चालू है। उसका बहुत 99% कल्टीवेशन होता था, BG1 करके, बोलगार्ड 1। इसके बाद उसका वो अमेरिकन बोलवोम के लिए है, उसका प्रॉब्लम नहीं था, वो अच्छा से काम कर रहा था। उसके बाद अमेरिकन बोलवोम बोलगार्ड 2 लेके आया। इसमें स्टैक्ड जीन बोलते हैं, जो 2 जीन्स है, वो पिंक बोलवोम के लिए भी काम करेगा करके लेके आते थे। इसका मिसयूज़ का कारण और लो जीन क्वालिटी और लो वैरायटी क्वालिटी और बहुत से सारे कारण से उसका रेसिस्टेंस डेवलप हो गया पिंक बोलवोम में। दुनिया में एक ही देश है इंडिया, इसी में वो रेसिस्टेंट है, और सभी और कहीं भी नहीं है हमारे देश में। पिंक बोलवोम का ट्रांसजेनिक काटन में रेजिस्टेंट नहीं है। तो कुछ अमेरिका से इसका ताल्लुक है, वहाँ से आया कैसे, मतलब इसका वो हुआ था? बहुत पुराना से है, अच्छा। बहुत पुराना से। ये करीबन 60-50 ईयर्स से पहले है। तो अभी इसका ज़्यादा हो गया, क्योंकि और पॉपुलेशन बढ़ गया होगा। बोलवोम का हम लोग अमेरिकन बोलवोम हेलिकोवर्पा का हम लोग कंट्रोल कर रहे थे, सो इसीलिए ये ज़्यादा हो गया। जैसा आपका एक ख़त्म करने से दूसरा उसकी तरफ ध्यान नहीं गया। है, तो इसीलिए। और बोलवर्म, वो जो बोल गार्ड जो भी हम लोग लेके आए हैं, इसका वो रेसिस्टेंस डेवलप हो गया, इसीलिए उसका पॉपुलेशन बढ़ गया। सो इसके लिए बहुत लोग स्प्रे कर रहे हैं, बहुत ही तरीक़ा से हम लोग ट्राई कर रहे हैं, तब भी कंट्रोल नहीं होता है, क्योंकि रेसिस्टेंस भी डेवलप हो गया। इंसेक्टिसाइड के लिए भी, कीटनाशक के लिए रेसिस्टेंस हो गया, और ट्रांसजेनिक के लिए भी रेसिस्टेंस हो गया, इसलिए बहुत समस्या बढ़। तो डॉक्टर साहब, कहीं ना कहीं मिट्टी इसमें कुछ मायने रखती है कि मिट्टी की जो किस्म होती है, हमारी सॉइल की जो होती है, टाइप ऑफ होती है, वो इसमें कहीं ना कहीं भागीदार है, उसका कुछ रहता है भी, अगर किस तरह की होगी तो ये उस पर अटैक नहीं कर पाएगा? ऐसा तो हम लोग नहीं सुने हैं, क्योंकि ये वो ऐसा क्या था ना, अभी आपका पुराना काटन जो भी है, आप उसको स्टोर कर रहे हैं, उससे वो निकलता है। सो इसीलिए कपास जो अपना पुराना से, वो कपास से हम लोग ध्यान नहीं देते हैं, ऐसे छोड़ देते हैं, वो इससे वो बाहर आ जाता है। उसके बाद जब भी आएगा उसको शुरू कर देते हैं फार्मर्स का। सो मिट्टी का, क्योंकि वो मिट्टी में जाने का ज़्यादा चांसेस नहीं है। अच्छा, क्रेमिक के बारे में आप क्या कहेंगे, जो ये प्रोडक्ट है? ये एक्चुअली जैसा
बेसिक कॉन्सेप्ट ऐसा है, जैसा हम लोग दोनों बात कर रहे हैं, वो कम्युनिकेशन बोलते हैं ना। तो लेकिन कीटा लोग ऐसा नहीं बात करते हैं, वो केमिकल्स का रिलीज करते हैं। जैसा एक माता पतंग है, वो कहीं 2 किलोमीटर दूर से बैठ के वो रसायन को रिलीज करते हैं, मादा जो होता है, माता। जी तो इसको पकड़ के वो नर जो है, मेल जो बोलते हैं, वो 2 किलोमीटर दूर से वो आ जाता है। अच्छा वो आके उसके बाद मेटिंग कर देता है, तो शादी कर देता है, उसके बाद अंडा देना शुरू हो जाता है। तो हम लोग इसको वो क्या रसायन कैसा बनाया, कैसा करके हम लोग इसको बहुत पहले से हम लोग मालूम है क्या क्या रसायन है। लेकिन इसका पहले हम लोग ऐसा यूज़ कर रहे थे, मॉनिटरिंग बोलते हैं। जैसा आप लगा दिया तो ट्रैप लगा दिया, वो आप भी देखते होंगे फार्म में। वो इससे क्या हो जाता है, जब भी वो नर पतंग आता है, हम मालूम पड़ जाता है वो शुरू हो गया करके। एट दैट टाइम जस्ट सुपरविजन, मतलब वी कैन से। हाँ, सो इसको मॉनिटरिंग बोलते हैं। इसके लिए हम लोग 3 मिलीग्राम यूज़ करते हैं, वो जो सेप्टाप, रबर सेप्टाप देखे होंगे। लेकिन वो क्रेमेट में हम लोग बहुत ही यूज़ करते हैं, तो का मतलब ऑलमोस्ट 300 मिलीग्राम से ऊपर करते हैं एक ड्रॉप में लिए। तो इससे क्या हो जाता है, जहाँ भी हम लोग काटन होता है वो पूरा स्मेल फैल जाता है। इसलिए क्या है, उसका नर पतंग को वो कहाँ माता पतंग बैठेगा मालूम नहीं है। तो इसीलिए मीटिंग नहीं होता है, उनका मीटिंग मीटिंग नहीं हो पाएगा, इसलिए वो अंडा देने में भी कमी कर देता है, तो बंद कर देता है। तो ये सिक्योर है, मतलब ये एक्चुअली इंसेक्ट का फैमिली प्लानिंग है। तो इसमें बहुत ही सिक्योर है, बहुत ही कंट्री में हम लोग पहले से कर रहे हैं। आप साइडिया बोलते हैं, साइडिया लोबस्टा बहुत है, इंसेक्ट है, उसके लिए बहुत ही अच्छा से काम कर रहा है। इवन अमेरिका में वो 1990 से किया है, 2008 में उन लोग का एक भी कीड़ा नहीं पकड़ा। तो ऐसा एक परिस्थिति में लेके आ गया। सो इसीलिए वो बहुत ही नॉन पेस्ट मैनेजमेंट टेक्निक है। तो ये फायदेमंद रहेगी हमारे देश के किसानों के लिए। हाँ, बहुत ही फ़ायदा होगा। इसके लिए आप करने से क्या होगा, आपका कीटनाशक का कमी यूसेज कमी हो जाता है, और जो भी बेनिफिशियल इंसेक्ट बोलते हैं ना, उसको पॉपुलेशन बढ़ जाता है। पॉलिनेटर्स जो भी बोलते हैं, जैसा हनी बी वगैरह, उसको भी पॉपुलेशन बढ़ जाता है, क्योंकि पॉलिनेटर बहुत ही इम्पॉर्टेंट है हम लोग के लिए। अगर पॉलिनेटर्स नहीं होने से 4 साल का अंदर में हम लोग भी ख़त्म हो जाता है, तो दुनिया खत्म हो जाएगी। ਧੰਨਵਾਦ ਜੀ। ਸੋ ਡਾਕਟਰ ਬਾਥਾ ਫਸਲਮ ਉਹਨਾਂ ਨੇ ਸਾਨੂੰ ਦੱਸਿਆ ਹੈਗਾ ਕਿ ਪਹਿਲਾਂ ਤਾਂ ਸਾਡੇ ਦੇਸ਼ ਦੇ ਵਿੱਚ ਜਦੋਂ ਅਮਰੀਕਨ ਸੁੰਡੀ ਦਾ ਹਮਲਾ ਹੋਇਆ ਸੀ, ਉਦੋਂ ਅਮਰੀਕਨ ਸੁੰਡੀ ਵੱਲ ਅਸੀਂ ਸੋਚਣ ਨੂੰ ਪੈ ਗਏ ਸੀ। ਇਸ ਕਰਕੇ ਜਿਹੜੀ ਗੁਲਾਬੀ ਸੁੰਡੀ ਸੀਗੀ, ਜਿਹਨੇ ਕਪਾਹ ਤੇ ਮਾਰ ਕਰਨੀ ਸ਼ੁਰੂ ਕੀਤੀ, ਉਹਦੇ ਵੱਲ ਧਿਆਨ ਕਿਸੇ ਦਾ ਗਈ ਨਹੀਂ ਆ, ਤੇ ਇਹਦੀ ਆਬਾਦੀ ਵੱਧਦੀ ਗਈ। ਇਹ ਜਦੋਂ ਅਟੈਕ ਕਿੱਦਾਂ ਹੁੰਦਾ, ਕਹਿੰਦੇ ਜਦੋਂ ਸਾਡੇ ਕੋਲ ਫਸਲਾਂ ਦੇ ਭੰਡਾਰ ਬਚ ਜਾਂਦੇ ਨੇ, ਉਹਦੇ ਵਿੱਚ ਜਿਹੜਾ ਹੁੰਦਾ ਇਹ ਗੁਲਾਬੀ ਸੁੰਡੀ ਨਰ ਤੇ ਮਾਦਾ 2 ਕਿਲੋਮੀਟਰ ਦੀ ਦੂਰੀ ਤੱਕ ਵੀ ਜਦੋਂ ਜਿਹੜੀ ਮਾਦਾ ਹੈਗੀ ਹੈ ਸੰਕੇਤ ਭੇਜਦੀਆਂ ਨੂੰ ਆਪਣੇ ਲਾਰਵਾ ਰਾਹੀਂ ਨਰ ਨੂੰ ਤੇ ਪਹੁੰਚਦਾ, ਸੰਭੋਗ ਕਰਦੇ ਨੇ। ਸੰਭੋਗ ਕਰਨ ਤੋਂ ਬਾਅਦ ਆਬਾਦੀ ਜਿਹੜੀ ਵੱਧਦੀ ਹੈ, ਉਹ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਕਾਟਨ ਦੇ ਉੱਪਰ ਲੰਬੀ ਮਾਰ ਕਰਦੀ ਆ ਰਹੀ ਹੈ। ਪਰ ਇੱਕ ਜਿਹੜੀ ਟੈਕਨੀਕ ਹੁਣ ਨਵੀਂ ਆ ਚੁੱਕੀ ਹੈ, ਨਵੇਂ ਉਤਪਾਦ ਆ ਚੁੱਕੇ ਨੇ, ਇਹਦੇ ਨਾਲ ਸਿਰਫ ਇਹ ਹੋਏਗਾ ਕਿ ਜਦੋਂ ਮਾਦਾ ਨਰ ਨੂੰ ਸੰਕੇਤ ਦੇਗੀ, ਤਾਂ ਜੇ ਤੁਸੀਂ ਇਹ ਵਰਤੀ ਹੋਏਗੀ ਟਿਊਬ ਦਵਾਈ, ਤਾਂ ਕਿਤੇ ਵੀ ਉਹਦੇ ਤੱਕ ਉਹਦੀ ਸੁੰਘਣ ਸ਼ਕਤੀ ਨਾਲ ਪਹੁੰਚ ਨਹੀਂ ਪਾਏਗਾ, ਤੇ ਤੁਹਾਡੀ ਫਸਲ ਜਿਹੜੀ ਹੈਗੀ ਹੈ ਉਹ ਸੁਰੱਖਿਅਤ ਰਹੇਗੀ। ਵਿਜੇ ਮੋਹਨ ਦੇ ਨਾਲ ਬਲਜੀਤ ਪ੍ਰਵਾਹ, ਸਕਰੋਲ ਪੰਜਾਬ, ਚੰਡੀਗੜ੍ਹ।